साल पहले 5 अगस्त को ही आर्टिकल 370 को हटाकर जम्मू कश्मीर के हर नागरिक को हर अधिकार, हर सुविधा का पूरा भागीदार बनाया गया। यही 5 अगस्त है जब पिछले साल कोटि कोटि भारतीयों ने सैकड़ों साल बाद भव्य राम मंदिर के निर्माण की तरफ पहला कदम रखा। और आज 5 अगस्त की तारीख, आज ही ओलंपिक के मैदान पर देश के युवाओं ने हॉकी के अपने गौरव को फिर से स्थापित करने की तरफ बड़ी छलांग लगाई है। ਮੈਨੂੰ ਸਮਝ ਨਹੀਂ ਲੱਗ ਰਹੀ ਕਿ ਇਹਨਾਂ ਤਿੰਨਾਂ ਚੀਜ਼ਾਂ ਦਾ ਆਪਸ ਵਿੱਚ ਲਿੰਕ ਕਿਵੇਂ ਜੋੜ ਰਹੇ ਹੋ। ਧਾਰਾ 370 ਤੋੜਨਾ ਉਹ ਇੱਕ ਇਹ ਘਟਨਾ ਸੀਗੀ ਕਿ ਪੂਰੇ ਦੇਸ਼ ਦੇ ਨਾਲੋਂ ਕਸ਼ਮੀਰ ਨੂੰ, ਜੰਮੂ ਕਸ਼ਮੀਰ ਨੂੰ ਕੱਟ ਕੇ ਰੱਖਤਾ। ਰਾਮ ਮੰਦਿਰ ਬਣਿਆ, ਬਹੁਤ ਅੱਛੀ ਗੱਲ ਹੈ, ਪਰ ਰਾਮ ਦੀ ਸੋਚ ਦੇ ਨਾਲ ਕੀ ਕੀਤਾ ਤੁਸੀਂ? ਰਾਮ ਨੇ ਤਾਂ ਕਿਤੇ ਨਹੀਂ ਕਿਹਾ ਕਿ ਇੱਕ ਧਰਮ ਨੂੰ ਅੱਗੇ ਲੈ ਕੇ ਉਹਨਾਂ ਦੂਜੇ ਧਰਮਾਂ ਨੂੰ ਧੱਕਾ ਦੇਣਾ ਹੈ, ਔਰ ਤੁਸੀਂ ਦੇਸ਼ ਨੂੰ ਤੋੜਨ ਦੀ ਗੱਲ ਇੱਥੇ ਫਿਰ ਕੀਤੀ। ਇਹਨਾਂ ਨੇ ਪੂਰਾ ਦੇਸ਼ ਹਸਾਇਆ, ਪੂਰੇ ਦੇਸ਼ ਦੇ ਅੰਦਰ ਖੁਸ਼ੀ ਦੀ ਲਹਿਰ ਪੈਦਾ ਕੀਤੀ ਆ, ਤੇ ਤੁਸੀਂ ਉਹ ਜਿਹੜੀਆਂ ਪਹਿਲੀਆਂ ਦੋ ਘਟਨਾਵਾਂ ਨੇ 2019 ਤੇ 2020 ਦੀ, ਉਹਨਾਂ ਦੋਹਾਂ ਘਟਨਾਵਾਂ ਨੇ ਦੇਸ਼ ਰੁਆਇਆ ਹੈ ਕਿ ਤੁਹਾਡੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਦੇਸ਼ ਵਿਕਾਸ ਦੇ ਪੱਖੋਂ 5ਵੇਂ ਸਥਾਨ ਤੇ ਸੀ। ਅੱਜ ਵਿਕਾਸ ਦੇ ਪੱਖੋਂ ਪਛੜ ਕੇ ਸਾਡਾ ਦੇਸ਼ 164ਵੇਂ ਸਥਾਨ ਤੇ ਹੈ। ਇਹ ਤਰੱਕੀ ਹੈ, ਇਹ ਤਰੱਕੀ ਕੀਤੀ ਹੈ ਦੇਸ਼ ਨੇ। ਕਿਹੜੀਆਂ ਤਰੱਕੀਆਂ ਦੀ ਗੱਲ ਕਰਦੇ ਹੋ ਪ੍ਰਧਾਨ ਮੰਤਰੀ ਜੀ? ਬੀਤੇ ਦਿਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 5 ਅਗਸਤ ਦੇ ਦਿਨ ਭਾਸ਼ਣ ਦਿੱਤਾ ਗਿਆ, ਜਿਸ ਦੌਰਾਨ ਉਹਨਾਂ ਵੱਲੋਂ ਇਸ ਦਿਨ ਨੂੰ ਮਹੱਤਵਪੂਰਨ ਕਹਿ ਕੇ ਸੰਬੋਧਨ ਕੀਤਾ ਗਿਆ, ਜਿਸ ਤੋਂ ਬਾਅਦ ਹੁਣ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਮੋੜਵੇਂ ਜਵਾਬ ਦਿੱਤੇ ਗਏ ਨੇ। ਡੱਲੇਵਾਲ ਨੇ ਕਿਹਾ ਹੈ ਕਿ ਜੰਮੂ ਕਸ਼ਮੀਰ ਚੋਂ ਧਾਰਾ 370 ਹਟਾਉਣਾ ਅਤੇ ਰਾਮ ਮੰਦਿਰ ਬਣਾਉਣ ਦੀ ਘਟਨਾ ਦਾ ਭਾਰਤੀ ਹਾਕੀ ਟੀਮ ਨਾਲ ਕੋਈ ਵੀ ਲਿੰਕ ਨਹੀਂ ਹੈ। ਡੱਲੇਵਾਲ ਮੁਤਾਬਿਕ ਇਹਨਾਂ ਦੋਵਾਂ ਘਟਨਾਵਾਂ ਨੇ ਦੇਸ਼ ਨੂੰ ਤੋੜਨ ਦਾ ਕੰਮ ਕੀਤਾ ਹੈ ਅਤੇ ਹਾਕੀ ਖਿਡਾਰੀਆਂ ਵੱਲੋਂ ਦੇਸ਼ ਨੂੰ ਜੋੜਨ ਦਾ ਕੰਮ ਕੀਤਾ ਗਿਆ ਹੈ। ਸਤਿ ਸ੍ਰੀ ਅਕਾਲ ਜੀ। ਤੁਸੀਂ ਸਾਰਿਆਂ ਨੇ ਦੇਖਿਆ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇੱਕ ਭਾਸ਼ਣ ਦਿੱਤਾ ਹੈ, ਔਰ ਉਸ ਭਾਸ਼ਣ ਦੇ ਵਿੱਚ ਬੜੀਆਂ ਗੱਲਾਂ ਕੀਤੀਆਂ। ਉਹਨਾਂ ਨੇ ਕਿਹਾ ਹੈ ਕਿ ਜਿਹੜਾ ਸਾਡਾ 5 ਅਗਸਤ ਦਾ ਦਿਨ ਹੈ, ਇਹ ਇੱਕ ਵੱਖਰੀ ਕਿਸਮ ਦਾ ਦਿਨ ਹੈ, ਇੱਕ ਮਹੱਤਵਪੂਰਨ ਦਿਨ ਕਿਹਾ ਹੈ। ਕਿਵੇਂ ਕਹਿੰਦੇ ਨੇ? ਉਹ ਕਹਿੰਦੇ ਅੱਜ ਦੇ ਦਿਨ ਅਸੀਂ 5 ਅਗਸਤ 2019 ਨੂੰ ਧਾਰਾ 370 ਖਤਮ ਕੀਤੀ। ਫਿਰ ਕਹਿੰਦੇ ਆ 5 ਅਗਸਤ 2020 ਨੂੰ ਰਾਮ ਮੰਦਿਰ ਦਾ ਕੰਮ ਸ਼ੁਰੂ ਕੀਤਾ। ਫਿਰ ਕਹਿੰਦੇ ਆ ਇਹਦੇ ਨਾਲ ਜੋੜ ਕੇ ਅਗਲੀ ਗੱਲ ਕਹਿੰਦੇ ਆ ਕਿ 5 ਅਗਸਤ 2021 ਨੂੰ 40 ਸਾਲ ਬਾਅਦ ਦੇਸ਼ ਦੀ ਹਾਕੀ ਦੀ ਟੀਮ ਨੇ ਮੈਡਲ ਜਿੱਤਿਆ। ਮੈਂ ਪੁੱਛਣਾ ਚਾਹਣਾ ਹੈ ਸਾਡੇ ਸਤਿਕਾਰਯੋਗ ਸਨਮਾਨਯੋਗ ਪ੍ਰਧਾਨ ਮੰਤਰੀ ਜੀ ਨੂੰ, ਮੈਨੂੰ ਸਮਝ ਨਹੀਂ ਲੱਗ ਰਹੀ ਕਿ ਇਹਨਾਂ ਤਿੰਨਾਂ ਚੀਜ਼ਾਂ ਦਾ ਆਪਸ ਵਿੱਚ ਲਿੰਕ ਕਿਵੇਂ ਜੋੜ ਰਹੇ ਹੋ। ਜਿਹੜੀਆਂ ਦੋ ਪਹਿਲੀਆਂ ਘਟਨਾਵਾਂ ਨੇ, ਧਾਰਾ 370 ਤੋੜਨਾ, ਉਹ ਇੱਕ ਇਹ ਘਟਨਾ ਸੀਗੀ ਕਿ ਪੂਰੇ ਦੇਸ਼ ਦੇ ਨਾਲੋਂ ਕਸ਼ਮੀਰ ਨੂੰ, ਜੰਮੂ ਕਸ਼ਮੀਰ ਨੂੰ ਕੱਟ ਕੇ ਰੱਖਤਾ। ਦੇਸ਼ ਤੋੜਨ ਦੀ ਗੱਲ ਕੀਤੀ ਸੀ। ਦੂਸਰੀ ਗੱਲ ਰਾਮ ਮੰਦਿਰ ਦੀ ਗੱਲ ਆਈ। ਰਾਮ ਮੰਦਿਰ ਬਣਿਆ, ਬਹੁਤ ਅੱਛੀ ਗੱਲ ਹੈ, ਪਰ ਰਾਮ ਦੀ ਸੋਚ ਦੇ ਨਾਲ ਕੀ ਕੀਤਾ ਤੁਸੀਂ? ਰਾਮ ਨੇ ਤਾਂ ਕਿਤੇ ਨਹੀਂ ਕਿਹਾ ਕਿ ਇੱਕ ਧਰਮ ਨੂੰ ਅੱਗੇ ਲੈ ਕੇ ਉਹਨਾਂ ਦੂਜੇ ਧਰਮਾਂ ਨੂੰ ਧੱਕਾ ਦੇਣਾ ਹੈ, ਔਰ ਤੁਸੀਂ ਦੇਸ਼ ਨੂੰ ਤੋੜਨ ਦੀ ਗੱਲ ਇੱਥੇ ਫਿਰ ਕੀਤੀ, ਔਰ ਜੋੜ ਰਹੇ ਹੋ ਉਹਨਾਂ ਨੌਜਵਾਨਾਂ ਦੇ ਨਾਲ
ਜਿਹੜੇ ਨੌਜਵਾਨਾਂ ਨੇ ਭਾਵੇਂ ਉਹ ਪੰਜਾਬ ਤੋਂ ਹੋਣ ਭਾਵੇਂ ਉਹ ਹਰਿਆਣੇ ਤੋਂ ਹੋਣ, ਉਹਨਾਂ ਨੇ ਇਹ ਸੋਚ ਕੇ ਨਹੀਂ ਉੱਥੇ ਜਾ ਕੇ ਪਰਫਾਰਮੈਂਸ ਦਿੱਤੀ, ਇਹ ਸੋਚ ਕੇ ਨਹੀਂ ਲੜੇ, ਇਹ ਸੋਚ ਕੇ ਨਹੀਂ ਖੇਡੇ ਕਿ ਅਸੀਂ ਪੰਜਾਬ ਲਈ ਖੇਡ ਰਹੇ ਹਾਂ ਜਾਂ ਅਸੀਂ ਹਰਿਆਣੇ ਲਈ ਖੇਡ ਰਹੇ ਹਾਂ। ਉਹਨਾਂ ਨੇ ਕਿਹਾ ਅਸੀਂ ਭਾਰਤ ਲਈ ਖੇਡ ਰਹੇ ਹਾਂ, ਆਪਦੇ ਦੇਸ਼ ਲਈ ਖੇਡ ਰਹੇ ਹਾਂ। ਉਹਨਾਂ ਦੇ ਲਈ ਅੱਜ ਉਹ ਦਿਨ ਆਇਆ ਫਿਰ ਦੁਬਾਰਾ ਮੁੜ ਕੇ ਕਿ ਹਰ ਹਿੰਦੁਸਤਾਨੀ ਦੇ ਲਈ ਇੱਕ ਖੁਸ਼ੀਆਂ ਭਰਾ ਦਿਨ ਆਇਆ ਔਰ ਹਰ ਹਿੰਦੁਸਤਾਨੀ ਨੇ ਸਾਡੇ ਉਹ ਨੌਜਵਾਨਾਂ ਦੀ ਹੋਈ ਜਿੱਤ ਦੇ ਉੱਤੇ ਖੁਸ਼ੀਆਂ ਮਨਾਈਆਂ ਔਰ ਇਕਜੁੱਟ ਹੋ ਕੇ ਖੜੇ। ਇਹਨਾਂ ਨੌਜਵਾਨਾਂ ਨੇ ਪੂਰੇ ਦੇਸ਼ ਨੂੰ ਜੋੜਨ ਦੀ ਗੱਲ ਕੀਤੀ ਹੈ ਤੇ ਪ੍ਰਧਾਨ ਮੰਤਰੀ ਜੀ ਜਿਸ ਵੇਲੇ ਤੁਸੀਂ ਉਹ ਦੂਜੇ ਦੋਵਾਂ ਘਟਨਾਵਾਂ ਨੂੰ ਜੋੜਦੇ ਹੋ ਉਦੋਂ ਇੱਕ ਕਮਿਊਨਿਟੀ ਨੂੰ ਰਵਾਇਆ ਹੈ। ਇਹਨਾਂ ਨੇ ਪੂਰਾ ਦੇਸ਼ ਹਸਾਇਆ ਹੈ, ਪੂਰੇ ਦੇਸ਼ ਦੇ ਅੰਦਰ ਖੁਸ਼ੀ ਦੀ ਲਹਿਰ ਪੈਦਾ ਕੀਤੀ ਹੈ ਤੇ ਤੁਸੀਂ ਉਹ ਜਿਹੜੀਆਂ ਪਹਿਲੀਆਂ ਦੋ ਘਟਨਾਵਾਂ ਨੇ 2019 ਤੇ 2020 ਦੀ, ਉਹਨਾਂ ਦੋਹਾਂ ਘਟਨਾਵਾਂ ਨੇ ਦੇਸ਼ ਰਵਾਇਆ ਹੈ। ਤੇ ਕਿਹੜੀਆਂ ਗੱਲਾਂ ਕਰਦੇ ਪਏ ਹੋ? ਲਾਈਵ ਵੀਡੀਓ ਦੌਰਾਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਖਰੀਆਂ ਸੁਣਾਈਆਂ ਗਈਆਂ ਨੇ। ਡੱਲੇਵਾਲ ਨੇ ਕਿਹਾ ਕਿ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਦੇਸ਼ 5ਵੇਂ ਸਥਾਨ ਤੇ ਸੀ ਅਤੇ ਅੱਜ ਦੇਸ਼ ਵਿਕਾਸ ਦੇ ਪੱਖੋਂ ਪਛੜ ਕੇ 164ਵੇਂ ਸਥਾਨ ਤੇ ਜਾ ਪਹੁੰਚਿਆ ਹੈ। ਫਿਰ ਸਾਡੇ ਪ੍ਰਧਾਨ ਮੰਤਰੀ ਜੀ ਨੇ ਇੱਕ ਗੱਲ ਕੀਤੀ, ਕੀ ਕਹਿੰਦੇ ਆ? ਕਹਿੰਦੇ ਦੇਸ਼ ਤਰੱਕੀ ਕਰ ਰਿਹਾ ਸੀ ਤੇ ਇੱਧਰ ਕੁਝ ਲੋਕ ਸਾਡੀ ਸੰਸਦ ਨਹੀਂ ਚੱਲਣ ਦੇ ਰਹੇ ਸੀ। ਮੈਂ ਪੁੱਛਣਾ ਚਾਹੁੰਦਾ ਪ੍ਰਧਾਨ ਮੰਤਰੀ ਜੀ ਨੂੰ ਕਿ ਮੈਨੂੰ ਐਂ ਤੇ ਦੱਸੋ ਵੀ ਤੇਰੇ ਦੇਸ਼ ਤਰੱਕੀ ਕਿਹੜੇ ਪਾਸੋਂ ਕਰ ਰਿਹਾ ਸੀ? ਤੁਸੀਂ ਖੁਦ ਆਪਣੇ ਭਾਸ਼ਣ ਦੇ ਵਿੱਚ ਮੰਨਿਆ ਹੈ ਕਿ ਦੇਸ਼ ਦੇ ਅੰਦਰ ਮਹਿੰਗਾਈ ਦਰ ਵਧੀ ਹੈ। ਇੱਥੇ ਨਹੀਂ ਗੱਲ ਮੁੱਕਦੀ। ਤੁਸੀਂ ਕੀਤਾ ਕੀ ਹੈ? ਧਿਆਨ ਮਾਰ ਕੇ ਵੇਖੋ ਦੇਸ਼ ਖੜਾ ਕਿੱਥੇ ਹੈ, ਦੇਸ਼ ਦੀ ਤਰੱਕੀ ਕਿੱਥੇ ਹੈ, ਦੇਸ਼ ਨੇ ਕਿੰਨਾ ਕੁਝ ਹਾਸਲ ਕੀਤਾ ਉਹਦੇ ਕੰਨੀ ਨਿਗਾਹ ਮਾਰੋ। ਇੱਕੋ ਗੱਲ ਤੋਂ ਸਪਸ਼ਟ ਹੁੰਦਾ ਹੈ ਕਿ ਤੁਹਾਡੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਦੇਸ਼ ਵਿਕਾਸ ਦੇ ਪੱਖੋਂ 5ਵੇਂ ਸਥਾਨ ਤੇ ਸੀ। ਅੱਜ ਵਿਕਾਸ ਦੇ ਪੱਖੋਂ ਪਛੜ ਕੇ ਸਾਡਾ ਦੇਸ਼ 164ਵੇਂ ਸਥਾਨ ਤੇ ਹੈ। ਇਹ ਤਰੱਕੀ ਹੈ, ਇਹ ਤਰੱਕੀ ਕੀਤੀ ਹੈ ਦੇਸ਼ ਨੇ। ਕਿਹੜੀਆਂ ਤਰੱਕੀਆਂ ਦੀ ਗੱਲ ਕਰਦੇ ਹੋ ਪ੍ਰਧਾਨ ਮੰਤਰੀ ਜੀ? ਜੋ ਗੱਲ ਲਗਾਤਾਰ ਝੂਠ ਤੇ ਝੂਠ ਬੋਲ ਰਹੇ ਹੋ। ਫਿਰ ਤੁਸੀਂ ਕਿਹਾ ਕਿ ਦੇਸ਼ ਸਰਕਾਰ ਕੋਵਿਡ ਨਾਲ ਲੜੀ। ਤੁਸੀਂ ਇਹ ਕਿਹਾ, ਯਾਦ ਹੋਏਗਾ ਸਰਕਾਰ ਅਗਰ ਕੋਵਿਡ ਨਾਲ ਲੜੀ ਹੁੰਦੀ, ਇਮਾਨਦਾਰੀ ਨਾਲ ਉਹ ਕੰਮ ਕੀਤਾ ਹੁੰਦਾ ਤਾਂ ਜਿਹੜੀ ਉਹ ਸੜਕ ਆਪਣੀਆਂ ਦਰਿਆਵਾਂ ਨਦੀਆਂ ਦੇ ਵਿੱਚ ਲਾਸ਼ਾਂ ਵਹਿੰਦੀਆਂ ਆ ਰਹੀਆਂ ਸੀ, ਉਹ ਕਿਹਦੀਆਂ ਸੀ? ਉਹ ਫੌਰਨ ਚੋਂ ਆਈਆਂ ਸੀ। ਇਹ ਬੜਾ ਕੋਵਿਡ ਤੇ ਕੰਟਰੋਲ ਕੀਤਾ ਸੀ। ਤੁਹਾਡੇ ਸਮੇਂ 'ਚ, ਐਸੇ ਪਿਛਲੇ ਸਮੇਂ 'ਚ ਜਿਸ ਦਿਨ ਕੋਵਿਡ ਨੇ ਦੇਸ਼ ਨੂੰ ਮਧੋਲਿਆ, ਉਹ ਵੀ ਤੁਹਾਡੇ ਪੈਦਾ ਕੀਤੇ ਵੇ ਨੇ ਤੇ ਤੁਹਾਡੇ ਕੋਲੋਂ ਲੋਕਾਂ ਨੂੰ ਆਕਸੀਜਨ ਨਹੀਂ ਦਿੱਤੀ ਗਈ। ਆਕਸੀਜਨ ਲੋਕ ਆਕਸੀਜਨ ਦੀ ਘਾਟ ਕਰਕੇ ਮਰੇ ਨੇ, ਕੋਵਿਡ ਕਰਕੇ ਨਹੀਂ ਮਰੇ। ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਸਾਡੇ ਪ੍ਰਧਾਨ ਮੰਤਰੀ ਜੀ ਨੇ ਸਾਡੇ ਖਿਡਾਰੀਆਂ ਨੂੰ ਟੈਲੀਫੋਨ ਕਰਨ ਦੀ ਇੱਕ ਨਵੀਂ ਪਿਰਤ ਪਾਉਣ ਦੀ ਗੱਲ ਕੀਤੀ ਹੈ। ਸਾਡੇ ਖਿਡਾਰੀਆਂ ਨੇ ਟੈਲੀਫੋਨ ਕੀਤੇ ਨੇ, ਚੰਗੀ ਗੱਲ ਹੈ, ਹੌਸਲਾ ਵਧੇਗਾ ਸਾਡੇ ਖਿਡਾਰੀਆਂ ਦਾ। ਪਰ ਮੈਂ ਪੁੱਛਣਾ ਚਾਹੁੰਦਾ ਪ੍ਰਧਾਨ ਮੰਤਰੀ ਜੀ, ਇਹ ਖਿਡਾਰੀ ਉਹ ਬੱਚੇ ਆ ਜਿਨ੍ਹਾਂ ਦੇ ਮਾਂ-ਬਾਪ ਆ ਬਾਰਡਰਾਂ ਤੇ ਬੈਠੇ ਆ। ਜੇ ਤੈਨੂੰ ਇੰਨੀ ਖੁਸ਼ੀ ਹੈ ਦੇਸ਼ ਦੀ ਤਰੱਕੀ ਦੀ, ਦੇਸ਼ ਦੇ ਇਹਨਾਂ ਮੈਡਲਾਂ ਨੂੰ ਲੈ ਕੇ ਦਿੱਤਿਆਂ ਦੀ ਤੇਰੇ ਮਨ 'ਚ ਸੱਚੋਂ ਇਮਾਨਦਾਰੀ ਦੇ ਨਾਲ ਇਹਨਾਂ ਖਿਡਾਰੀਆਂ ਪ੍ਰਤੀ ਤੇਰੇ ਅੰਦਰ ਰਤੀ ਜਿੰਨੀ ਵੀ ਸਦਭਾਵਨਾ ਪਿਆਰ ਹੈ, ਤਾਂ ਤੇਰਾ ਸਭ ਤੋਂ ਪਹਿਲਾ ਫਰਜ਼ ਇਹ ਬਣਦਾ ਕਿ ਜਿਹੜੇ ਉਹਨਾਂ ਦੇ ਭਰਾ, ਜਿਹੜਾ ਉਹਨਾਂ ਦੇ ਪਰਿਵਾਰ, ਉਹਨਾਂ ਦੇ ਮਾਂ-ਬਾਪ, ਉਹਨਾਂ ਦੇ ਚਾਚੇ ਤਾਏ, ਆ ਜਿਹੜੇ ਤੇਰੀਆਂ ਸਰਹੱਦਾਂ ਤੇ ਬਿਠਾਏ ਬੈਠੇ ਆ, ਇਹਨਾਂ ਦੀ ਗੱਲ ਸੁਣ। ਇਹਨਾਂ ਦੀ ਗੱਲ ਸੁਣ ਕੇ
ਇਹ ਕਾਲੇ ਕਾਨੂੰਨ ਵਾਪਸ ਲੈ, ਫਿਰ ਤੇ ਹੋਏਗਾ ਕਿ ਸੱਚਮੁੱਚ ਤੂੰ ਉਹਨਾਂ ਬੱਚਿਆਂ ਬਾਰੇ ਸੋਚ ਰਿਹਾ ਹੈ, ਨਹੀਂ ਤਾਂ ਇਹ ਨਿਰਾ ਡਰਾਮਾ ਹੋਏਗਾ ਤੇਰਾ। ਦੂਸਰੀ ਗੱਲ ਮੈਂ ਹੋਰ ਕਹਿਣੀ ਚਾਹੁੰਦਾ, ਦੇਸ਼ ਦੀ ਤੁਸੀਂ ਗੱਲ ਕੀਤੀ ਹੈ ਕਿ ਦੇਸ਼ ਤਰੱਕੀ ਕਰ ਰਿਹਾ ਹੈ, ਦੇਸ਼ ਅਗਾਂਹ ਵਧ ਰਿਹਾ ਹੈ। ਜੇ ਦੇਸ਼ ਦਾ ਨਾਂ ਚਮਕਾਇਆ ਤੇ ਸਾਡੇ ਬੱਚਿਆਂ ਨੇ ਚਮਕਾਇਆ, ਕਿਸਾਨਾਂ ਦੇ ਬੱਚਿਆਂ ਨੇ, ਮਜ਼ਦੂਰਾਂ ਦੇ ਬੱਚਿਆਂ ਨੇ। ਜੇ ਦੇਸ਼ ਦੀ ਸਰਹੱਦਾਂ ਦੇ ਉੱਤੇ ਟੱਕਰ ਲੈਂਦੇ ਆ ਦੁਸ਼ਮਣ ਦੇ ਨਾਲ, ਤਾਂ ਸਾਡੇ ਬੱਚੇ ਲੈਂਦੇ ਆ ਮਜ਼ਦੂਰ ਦੇ ਤੇ ਕਿਸਾਨ ਦੇ। ਮੈਂ ਪੁੱਛਣਾ ਚਾਹੁੰਦਾ ਪ੍ਰਧਾਨ ਮੰਤਰੀ ਜੀ, ਇਹਨਾਂ ਖਿਡਾਰੀਆਂ ਦੇ ਵਿੱਚ ਤੇਰਾ ਕਿਹੜਾ ਬੱਚਾ ਸੀ? ਕਿਹੜੇ ਮੰਤਰੀ ਦਾ ਬੱਚਾ ਸੀ ਇਹਨਾਂ ਖਿਡਾਰੀਆਂ 'ਚ? ਇਹਨਾਂ ਖਿਡਾਰੀਆਂ 'ਚ ਸਾਡੇ ਕਿਸਾਨਾਂ ਤੇ ਮਜ਼ਦੂਰਾਂ ਦੇ ਬੱਚੇ ਮੋਰਚਾ ਗੱਡ ਕੇ ਆਏ, ਝੰਡਾ ਝੂਲਾ ਕੇ ਆਏ ਨੇ ਦੇਸ਼ ਦਾ। ਜਿਨ੍ਹਾਂ ਨੂੰ ਤੂੰ ਦੇਸ਼ ਧਰੋਹੀਆਂ ਦੇ ਖਿਤਾਬ ਦਿੰਦਾ, ਉਹਨਾਂ ਦੇ ਜਵਾਕਾਂ ਨੇ, ਅੱਜ ਉਹਨਾਂ ਦੇ ਬੱਚਿਆਂ ਨੇ ਅੱਜ ਵਰਲਡ ਦੇ ਵਿੱਚ ਤਿਰੰਗਾ ਲਹਿਰਾਤਾ, ਤਿਰੰਗੇ ਦਾ ਸਨਮਾਨ ਕਰਵਾਇਆ, ਤਿਰੰਗਾ ਉੱਚਾ ਚੱਕਿਆ। ਮੈਂ ਇਹ ਕਹਿਣਾ ਚਾਹੁੰਦਾ ਸੀ। ਧੰਨਵਾਦ। ਜਗਜੀਤ ਸਿੰਘ ਡੱਲੇਵਾਲ ਵੱਲੋਂ ਇਲਜ਼ਾਮ ਲਗਾਏ ਗਏ ਕਿ ਦੇਸ਼ 'ਚ ਕਰੋਨਾ ਕਾਰਨ ਨਹੀਂ ਸਗੋਂ ਆਕਸੀਜਨ ਦੀ ਘਾਟ ਕਾਰਨ ਲੋਕਾਂ ਦੀਆਂ ਕੀਮਤੀ ਜਾਨਾਂ ਗਈਆਂ ਨੇ। ਉਹਨਾਂ ਪ੍ਰਧਾਨ ਮੰਤਰੀ ਮੋਦੀ ਨੂੰ ਸਪਸ਼ਟ ਕੀਤਾ ਕਿ ਦੇਸ਼ ਦਾ ਤਿਰੰਗਾ ਕਿਸੇ ਮੰਤਰੀਆਂ ਦੇ ਬੱਚਿਆਂ ਵੱਲੋਂ ਨਹੀਂ ਸਗੋਂ ਆਮ ਮਜ਼ਦੂਰਾਂ, ਕਿਸਾਨਾਂ ਦੇ ਬੱਚਿਆਂ ਵੱਲੋਂ ਟੋਕੀਓ ਓਲੰਪਿਕ ਵਿੱਚ ਲਹਿਰਾਇਆ ਗਿਆ ਹੈ। ਦੱਸਦੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 5 ਅਗਸਤ 2019 ਨੂੰ ਜੰਮੂ ਕਸ਼ਮੀਰ 'ਚ ਧਾਰਾ 370 ਹਟਾਉਣ ਦੀ ਘਟਨਾ ਅਤੇ 5 ਅਗਸਤ 2020 'ਚ ਰਾਮ ਮੰਦਿਰ ਸ਼ੁਰੂ ਕਰਵਾਉਣ ਦੀ ਘਟਨਾ ਨੂੰ ਹਾਕੀ ਖਿਡਾਰੀਆਂ ਦੀ ਟੋਕੀਓ ਓਲੰਪਿਕ ਵਿੱਚ ਹੋਈ ਜਿੱਤ ਨਾਲ ਜੋੜਿਆ ਗਿਆ ਸੀ, ਜਿਸ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੋੜਵੇਂ ਜਵਾਬ ਦਿੱਤੇ ਗਏ ਨੇ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।